ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਤਰਨਦੀਪ ਸਿੰਘ। ਤੁਸੀਂ ਬਣੇ ਹੋ ਚੈਨਲ ਗਲੋ ਮੀਡੀਆ ਦੇ ਨਾਲ। ਦਰਸ਼ਕੋ, ਇੱਕ ਪ੍ਰੋਗਰਾਮ ਸਟਾਰਟ ਕਰਨ ਲੱਗੇ ਹਾਂ ਜਿਸ ਵਿੱਚ ਪੰਜਾਬ ਦੇ ਇਤਿਹਾਸ ਦੀ ਗੱਲ ਕੀਤੀ ਜਾਵੇਗੀ, ਪੰਜਾਬ ਦੀ ਰਾਜਨੀਤੀ ਦੀ ਗੱਲ ਕੀਤੀ ਜਾਵੇਗੀ, ਜਿਸ ਪ੍ਰੋਗਰਾਮ ਦਾ ਨਾਮ ਹੋਵੇਗਾ ਯਾਦਾਂ ਦੇਸ ਪੰਜਾਬ ਦੀਆਂ। ਇਸ ਦੀ ਸ਼ੁਰੂਆਤ ਕਰਨ ਲੱਗੇ ਹਾਂ ਅੱਜ ਪੰਜਾਬ ਦੇ ਪਹਿਲੇ ਰਾਜਾ ਮਹਾਰਾਜਾ ਸਿੱਖ ਰਾਜਾ ਮਹਾਰਾਜਾ ਰਣਜੀਤ ਸਿੰਘ, ਜਿਨ੍ਹਾਂ ਨੂੰ ਸ਼ੇਰੇ ਪੰਜਾਬ ਦੇ ਨਾਲ ਜਾਣਿਆ ਜਾਂਦਾ ਹੈ। ਉਹਨਾਂ ਦੇ ਨਾਲ ਸ਼ੁਰੂਆਤ ਕਰਨ ਲੱਗੇ ਹਾਂ। ਉਹਨਾਂ ਦੀ ਜੀਵਨੀ, ਉਹਨਾਂ ਦੇ ਬਚਪਨ, ਜਵਾਨੀ ਅਤੇ ਰਾਜ ਭਾਗ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਵੇਗੀ। ਇਹ ਹਵਾਲੇ ਅਸੀਂ ਕਿਤਾਬਾਂ ਵਿੱਚ ਲਏ ਹਨ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਕਿਤਾਬ ਹੈ ਜੋ ਸਰਕਾਰ ਖਾਲਸਾ, ਜੋ ਅਵਤਾਰ ਸਿੰਘ ਦੀ ਲਿਖੀ ਹੋਈ ਹੈ, ਅਤੇ ਨਾਲ ਹੀ ਯਾਨੀ ਗਿਆਨ ਸਿੰਘ ਦੀ ਖਾਲਸਾ ਰਾਜ ਦੀ ਕਿਤਾਬ ਵਿੱਚੋਂ, ਸੰਤ ਸਿੰਘ ਸੇਖੋਂ ਅਤੇ ਕੁਝ ਕੁ ਸੋਹਣ ਸਿੰਘ ਸੀਤਲ ਦੇ ਲੇਖ, ਹਵਾਲੇ ਅਤੇ ਨਾਲ ਹੀ ਭਗਤ ਸਿੰਘ ਦੇ ਹਵਾਲਿਆਂ ਵਿੱਚੋਂ ਇਹ ਸਭ ਇਕੱਤਰ ਕਰਕੇ ਅਸੀਂ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ। ਸੋ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਆਮ ਵੀ ਘਰਾਂ ਵਿੱਚ ਲੋਕਾਂ ਗੱਲਾਂ ਕਰ ਰਹੇ ਹਨ, ਬਜ਼ੁਰਗ ਵੀ ਦੱਸਦੇ ਸਨ। ਸੋ ਮੇਰੇ ਦਾਦਾ ਜੀ ਕਹਿੰਦੇ ਹੁੰਦੇ ਸੀ ਕਿ ਬਚਪਨ ਦੇ ਵਿੱਚ ਕਹਾਣੀ ਸੁਣਾਉਂਦੇ ਹੁੰਦੇ ਸੀ ਕਿ ਮਹਾਰਾਜਾ ਰਣਜੀਤ ਸਿੰਘ ਇੰਨੇ ਦਿਆਲੂ ਸੀ ਕਿ ਇੱਕ ਬਜ਼ੁਰਗ ਔਰਤ, ਬਹੁਤ ਜ਼ਿਆਦਾ ਬਜ਼ੁਰਗ ਸੀ, ਉਸ ਉੱਤੇ ਕੁੱਬ ਪਿਆ ਹੋਇਆ ਸੀ ਪਿੱਠ 'ਤੇ। ਦਰਅਸਲ ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜ ਤੋਂ ਬਾਹਰ ਨਿਕਲੇ ਅਤੇ ਆਮ ਆਵਾਮ ਦੇ ਵਿੱਚ ਘੁੰਮਣ ਫਿਰੀ ਲਈ ਚਲੇ ਗਏ, ਜਿੱਥੇ ਇਹ ਬਜ਼ੁਰਗ ਔਰਤ ਆਈ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਆਪਣਾ ਲੋਹੇ ਦਾ ਤਵਾ ਘਸਾਉਣ ਲੱਗ ਗਈ। ਦਰਅਸਲ ਇਹ ਤਵਾ ਜੋ ਰੋਟੀਆਂ ਪਕਾਉਣ ਵਾਲਾ ਇਹ ਘਸਾਉਣ ਲੱਗ ਗਈ ਤਾਂ ਮਹਾਰਾਜਾ ਨੇ ਬੜੀ ਨਿਮਰਤਾ ਅਤੇ ਦਿਆਲਤਾ ਦੇ ਨਾਲ ਪੁੱਛਿਆ ਕਿ ਬਜ਼ੁਰਗੋ, ਇਹ ਤੁਸੀਂ ਕਿਉਂ ਘਸਾ ਰਹੇ ਹੋ? ਤਾਂ ਬਜ਼ੁਰਗ ਔਰਤ ਨੇ ਕਿਹਾ ਕਿ ਮੈਂ ਸੁਣਿਆ ਕਿ ਜੋ ਸਿੱਖ ਰਾਜਾ ਹੈ ਉਹ ਪਾਰਸ ਹੈ, ਪਾਰਸ ਦਾ ਪੱਥਰ ਹੈ। ਪਾਰਸ ਦਾ ਜੋ ਪੱਥਰ ਹੁੰਦਾ ਹੈ ਉਹ ਅਜਿਹਾ ਪੱਥਰ ਹੁੰਦਾ ਹੈ ਜੋ ਕਿਸੇ ਵੀ ਚੀਜ਼ ਨੂੰ, ਉਸ ਨੂੰ ਟੱਚ ਕਰਦੇ ਹਾਂ, ਲਗਾਉਂਦੇ ਹਾਂ ਤਾਂ ਉਸ ਪੱਥਰ ਦਾ ਇੰਨੀ ਤਾਕਤ ਹੁੰਦੀ ਕਿ ਉਹ ਸੋਹਣਾ ਬਣਾ ਦਿੰਦੀ ਹੈ। ਦਰਅਸਲ ਇੱਕ ਕਥਾ ਹੈ, ਮਿੱਥ ਹੈ। ਪਰ ਉੱਥੇ ਹੀ ਜਦੋਂ ਬਜ਼ੁਰਗ ਦੀ ਇਹ ਗੱਲ ਸੁਣੀ ਤਾਂ ਬੜੀ ਨਿਮਰਤਾ ਅਤੇ ਬੜੀ ਸਾਦਗੀ ਨਾਲ ਉਸ ਮਹਾਰਾਜਾ ਰਣਜੀਤ ਸਿੰਘ ਨੇ ਉਸ ਬਜ਼ੁਰਗ ਨੂੰ ਸੋਨੇ ਦੀਆਂ ਮੋਹਰਾਂ ਪਾ ਦਿੱਤੀਆਂ। ਸੋ ਇੰਨੀ ਦਿਆਲਤਾ ਸੀ ਮਹਾਰਾਜਾ ਰਣਜੀਤ ਸਿੰਘ ਦੀ। ਦਰਅਸਲ ਅੱਜ ਜਾਣੂ ਕਰਵਾਉਂਦੇ ਹਾਂ ਮਹਾਰਾਜਾ ਰਣਜੀਤ ਸਿੰਘ ਦਾ ਬਚਪਨ। ਮਹਾਰਾਜਾ ਰਣਜੀਤ ਸਿੰਘ ਦਾ ਜਨਮ 1780 ਨੂੰ ਪਿਤਾ ਮਹਾਂ ਸਿੰਘ ਅਤੇ ਕੁੱਖ ਸਰਦਾਰਨੀ ਰਾਜ ਕੌਰ ਦੇ ਕੁੱਖੋਂ ਹੋਇਆ। ਅੱਗੇ ਉਹਨਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ। ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲਾ ਮਹਾਰਾਜਾ ਰਣਜੀਤ ਸਿੰਘ, ਜੋ ਸ਼ੇਰੇ ਪੰਜਾਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਪੰਜਾਬ ਦੇ ਇਤਿਹਾਸ ਵਿੱਚ ਇੱਕ ਬਹਾਦਰ, ਦਲੇਰ, ਜੁਝਾਰੂ, ਮਹਾਨ ਸ਼ਖਸੀਅਤ ਦਾ ਮਾਲਕ ਸੀ, ਜਿਸ ਨੇ ਪੰਜਾਬ ਅਤੇ ਪੰਜਾਬੀਅਤ ਨਹੀਂ ਬਲਕਿ ਪੰਜਾਬ ਦੇ ਲੋਕਾਂ ਦੇ ਦਿਲਾਂ 'ਤੇ ਵੀ ਰਾਜ ਕੀਤਾ। ਇਸ ਮਹਾਨ ਸ਼ਾਸਕ ਬਾਰੇ ਮੁਸਲਮਾਨ ਲਿਖਾਰੀ ਸ਼ਾਹ ਮੁਹੰਮਦ ਲਿਖਦਾ ਹੈ, ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਈ ਗਿਆ। ਮੁਲਤਾਨ, ਕਸ਼ਮੀਰ, ਪਸੋਰ, ਚੰਬਾ, ਜੰਮੂ, ਕਾਂਗੜਾ, ਕੋਟ ਨਵਾਏ ਗਿਆ। ਤਿੱਬਤ ਦੇਸ ਲੱਦਾਖ ਤੇ ਚੀਨ ਤੋੜੀ, ਸਿੱਕਾ ਆਪਣੇ ਨਾਮ ਚਲਾਏ ਗਿਆ। ਸ਼ਾਹ ਮੁਹੰਮਦ ਜਾਣ 50 ਵਰਸ਼ਾਂ, ਅੱਛਾ ਰੱਜ ਕੇ ਰਾਜ ਕਮਾਈ ਗਿਆ। ਅੱਛਾ ਰੱਜ ਕੇ ਰਾਜ ਕਮਾਈ ਗਿਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਸੁੱਕਰ ਚੱਕੀਆ ਮਿਸਾਲ ਦੇ ਸਰਦਾਰ ਮਹਾਂ ਸਿੰਘ ਅਤੇ ਸਰਦਾਰਨੀ ਰਾਜ ਕੌਰ, ਜੋ ਕਿ ਜੀਦ ਸਰਦਾਰ ਗਜਪਤ ਸਿੰਘ ਦੀ ਪੁੱਤਰੀ ਸੀ ਤੇ ਮਾਲਵਾ ਦਾ ਹੋਣ ਹਾਰ ਕਰਕੇ ਉਹਨਾਂ ਨੂੰ ਮਾਈ ਮਲਵੈਣ ਵੀ ਕਿਹਾ ਜਾਂਦਾ ਸੀ, ਉਹਨਾਂ ਦੇ ਘਰ ਹੋਇਆ। ਉਹਨਾਂ ਦਾ ਬਚਪਨ ਦਾ ਨਾਮ ਬੁੱਧ ਸਿੰਘ ਰੱਖਿਆ ਗਿਆ। ਜਦੋਂ ਮਹਾਂ ਸਿੰਘ ਨੂੰ ਉਸਦੇ ਘਰ ਪੁੱਤਰ ਹੋਣ ਦੀ ਖਬਰ ਮਿਲੀ ਤਾਂ ਉਹ ਇੱਕ ਜੰਗੀ ਮੁਹਿੰਮ ਦੌਰਾਨ ਸੈਦਨਗਰ ਦੀ ਮੋਰਚਾਬੰਦੀ ਕਰ ਰਹੇ ਸਨ। ਜਦੋਂ ਫਤਿਹ ਪਾ ਕੇ ਗੁਜਰਾਂਵਾਲਾ ਵਾਪਸ ਆਏ ਤਾਂ ਉਹਨਾਂ ਨੇ ਜਿੱਤ ਦੀ ਖੁਸ਼ੀ ਵਿੱਚ ਆਪਣੇ ਬੱਚੇ ਦਾ ਨਾਮ ਰਣਜੀਤ ਸਿੰਘ ਰੱਖ ਦਿੱਤਾ। ਮਾਂ ਪਿਓ ਦਾ ਇਕੱਲਾ ਪੁੱਤ ਸੀ, ਬੜੇ ਲਾਡ ਨਾਲ, ਪਿਆਰ ਨਾਲ ਉਸ ਨੂੰ ਪਾਲਿਆ। ਪਰ ਬਚਪਨ ਵਿੱਚ ਹੀ ਉਸ ਨੂੰ ਸੀਤਲਾ, ਜਿਸ ਨੂੰ ਚਿਚਕ ਦੀ ਬਿਮਾਰੀ ਕਹਿੰਦੇ ਨੇ, ਉਹ ਹੋ ਗਈ, ਜਿਸ ਤੋਂ ਬਾਅਦ ਉਸ ਦੀ ਇੱਕ ਅੱਖ ਜਾਂਦੀ ਗਈ ਅਤੇ ਮੂੰਹ 'ਤੇ ਚਿਚਕ ਦੇ ਭਾਰੀ ਦਾਗ ਪੈ ਗਏ। ਮਹਾਰਾਜਾ ਰਣਜੀਤ ਸਿੰਘ ਦੇ ਜੋ ਵੱਡੇ ਵਡੇਰੇ ਸੀ ਉਹ ਮਾਮੂਲੀ ਕਿਰਸਾਨੀ ਕਰਦੇ ਸਨ, ਆਪਣੀ ਰੋਜੀ ਰੋਟੀ ਕਮਾਉਣ ਵਾਲੇ ਲੋਕ ਸਨ। ਉਹ ਗੁੱਜਰਵਾਲਾਂ ਦੇ ਇਰਦ ਗਿਰਦ ਡੰਗਰ ਚਾਰਦੇ ਵੀ ਸੀ। ਇਹਨਾਂ ਵਿੱਚੋਂ ਸਭ ਤੋਂ ਪਹਿਲਾਂ ਜਿਸ ਵਿਅਕਤੀ ਨੇ ਕੁਝ ਪ੍ਰਸਿੱਧੀ ਹਾਸਲ ਕੀਤੀ ਹੈ ਉਹ ਸੀ ਬੁੱਧ ਸਿੰਘ। ਉਹ ਬੁੱਧ ਸਿੰਘ ਦੇਸਾਂ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਹ ਹਰ ਸਮੇਂ ਆਪਣੀ ਘੋੜੀ ਦੇਸਾਂ ਨਾਲ ਹੀ ਤੁਰਦਾ ਫਿਰਦਾ ਨਜ਼ਰ ਆਉਂਦਾ ਸੀ, ਇਸ ਲਈ ਉਸ ਦਾ ਨਾਮ ਬੁੱਧ ਸਿੰਘ ਦੇਸਾ ਪੈ ਗਿਆ। ਆਪਣੀ ਇਸ ਡੱਬ ਖੜੱਬੀ ਘੋੜੀ ਤੇ ਸਵਾਬ ਬੁੱਧ ਸਿੰਘ ਨੇ ਪੰਜਾਬ ਦੇ ਸਾਰੇ ਮੈਦਾਨ ਗਾ ਦਿੱਤੇ ਅਤੇ ਪੰਜਾਬ ਦੇ
ਦਰਿਆਵਾਂ ਵਿੱਚ ਜਦੋਂ ਹੜ੍ਹ ਆਉਂਦੇ ਹਨ, ਉਸ ਸਮੇਂ ਉਹਨਾਂ ਨੂੰ ਆਪਣੀ ਘੋੜੀ 'ਤੇ ਪਾਰ ਕਰਨ ਵਿੱਚ ਫਖਰ ਮਹਿਸੂਸ ਕਰਦਾ ਸੀ। ਇਹ ਵਿਅਕਤੀ ਉਸ ਸਮੇਂ ਇਤਿਹਾਸ ਦਾ ਪੰਨਾ ਬਣ ਗਿਆ ਜਦੋਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਅੰਮ੍ਰਿਤ ਪਾਨ ਕਰਕੇ ਖਾਲਸਾ ਸੱਜ ਗਿਆ। ਜਦੋਂ 1718 ਵਿੱਚ ਬੁੱਧ ਸਿੰਘ ਚਲਾਣਾ ਕਰ ਗਿਆ ਤਾਂ ਉਸਦੇ ਸਰੀਰ ਤੇ ਬਰਸਿਆਂ ਅਤੇ ਗੋਲੀਆਂ ਦੇ ਨਿਸ਼ਾਨ ਸਨ। ਉਹ ਆਪਣੇ ਪੁੱਤਰਾਂ ਵਾਸਤੇ ਕੁਝ ਪਿੰਡ ਛੱਡ ਗਿਆ ਸੀ, ਜਿਨ੍ਹਾਂ ਨੂੰ ਉਹ ਆਪਣੇ ਕਹਿ ਸਕਦੇ ਸਨ। ਕੁਝ ਪਿੰਡ ਅਜਿਹੇ ਵੀ ਸਨ ਜਿਹੜੇ ਉਸ ਨੂੰ ਰੱਖਿਆ ਕਰਨ ਲਈ ਅਦਾ ਕੀਤੇ ਜਾਣ ਵਾਲੀ ਰਕਮ ਸੀ। ਬੁੱਧ ਸਿੰਘ ਦੇ ਪੁੱਤਰ ਨੌਦ ਸਿੰਘ ਨੇ ਸੁੱਕਰ ਚੱਕੀ ਪਿੰਡ ਦੀ ਕਿਲ੍ਹੇਬੰਦੀ ਕਰ ਲਈ ਅਤੇ ਕੁਝ ਹਥਿਆਰਬੰਦ ਵਿਅਕਤੀ ਵੀ ਰੱਖ ਲਏ। ਸੁੱਕਰ ਚੱਕਰ ਵਾਲਿਆਂ ਨੇ ਕੁਝ ਹੋਰ ਮਿਸਲਾਂ ਨਾਲ ਵੀ ਗੰਢ ਕਰ ਲਈ ਅਤੇ ਅਹਿਮਦ ਸ਼ਾਹ ਅਬਦਾਲੀ ਦੀਆਂ ਧਾੜਾਂ ਨਾਲ ਕਈ ਮੁੱਠਭੇੜ ਕੀਤੇ। ਜਿਉਂ ਹੀ ਪੰਜਾਬ ਨੂੰ ਲੁੱਟ-ਪੁੱਟ ਕੇ ਅਫਗਾਨੀ ਵਾਪਸ ਗਏ, ਰਾਵੀ ਅਤੇ ਜਿਹਲਮ ਦਰਿਆ ਦੇ ਦਰਮਿਆਨ ਦੇ ਇਲਾਕੇ ਨੂੰ ਨੌਦ ਸਿੰਘ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ। 1752 ਵਿੱਚ ਅਫਗਾਨੀਆਂ ਨਾਲ ਮੁੱਠਭੇੜ ਵਿੱਚ ਸਰਦਾਰ ਨੌਦ ਸਿੰਘ ਸ਼ਹੀਦ ਹੋ ਗਿਆ। ਨੌਦ ਸਿੰਘ ਦੇ 4 ਸਪੁੱਤਰ ਸਨ, ਜਿਨ੍ਹਾਂ ਵਿੱਚ ਚੜ੍ਹਤ ਸਿੰਘ ਸਭ ਤੋਂ ਵੱਡਾ ਸੀ। ਉਸਨੇ ਸੁੱਕਰ ਚੱਕੀ ਪਿੰਡ ਨੂੰ ਛੱਡ ਕੇ ਗੁੱਜਰਵਾਲਾ ਨੂੰ ਆਪਣਾ ਹੈੱਡਕੁਆਰਟਰ ਬਣਾ ਲਿਆ ਅਤੇ ਇਸ ਦੇ ਇਰਦ-ਗਿਰਦ ਮੋਰਚਾਬੰਦੀ ਕਰ ਲਈ। ਅਫਗਾਨੀ ਗਵਰਨਰ ਛੋਟੀ ਜਿਹੀ ਫੌਜੀ ਟੁਕੜੀ ਨਾਲ ਲਾਹੌਰ ਤੋਂ ਚੱਲ ਕੇ ਚੜ੍ਹਤ ਸਿੰਘ ਨੂੰ ਪਕੜਨ ਲਈ ਗੁੱਜਰਵਾਲਾ ਆਇਆ, ਪਰ ਸਰਦਾਰ ਨੇ ਉਸ ਦੀ ਪੇਸ਼ ਨਾ ਜਾਣ ਦਿੱਤੀ, ਸਗੋਂ ਉਸ ਨੂੰ ਮਜ਼ਬੂਤ ਕੀਤਾ ਕਿ ਉਹ ਆਪਣੇ ਨਾਲ ਲਿਆਂਦੀਆਂ ਬੰਦੂਕਾਂ ਤੇ ਰਾਸ਼ਨ ਵੀ ਪਿੱਛੇ ਛੱਡ ਜਾਵੇ। ਇਸ ਛੋਟੀ ਜਿਹੀ ਸਫਲਤਾ ਨੇ ਚੜ੍ਹਤ ਸਿੰਘ ਦੀ ਬਹੁਤ ਹੌਸਲਾ ਅਫਜ਼ਾਈ ਕੀਤੀ ਅਤੇ ਉਸਨੇ ਅੱਗੇ ਵੱਧ ਕੇ ਵਜ਼ੀਰਬਾਦ, ਅਹਿਮਦਾਬਾਦ, ਰੋਹਤਾਸ ਦੇ ਕਸਬੇ ਦੀ ਹੇਠਾਂ ਕਰ ਲਏ ਅਤੇ ਆਪਣੇ ਕਬਜ਼ੇ ਵਿੱਚ ਲੈ ਲਏ। ਪਰ ਜਦੋਂ ਅਹਿਮਦ ਸ਼ਾਹ ਅਬਦਾਲੀ ਅਫਗਾਨਿਸਤਾਨ ਤੋਂ ਕੂਚ ਕਰਕੇ ਪੰਜਾਬ ਪਹੁੰਚਿਆ ਤਾਂ ਚੜ੍ਹਤ ਸਿੰਘ ਜੰਗਲਾਂ ਨੂੰ ਦੌੜ ਗਿਆ। ਅਬਦਾਲੀ ਨੇ ਉਸਦੇ ਸਾਰੇ ਇਲਾਕੇ ਨੂੰ ਲੁੱਟ-ਪੁੱਟ ਲਿਆ। ਉਸਨੇ ਗੁੱਜਰਾਂਵਾਲਾਂ ਦੀ ਮੋਰਚਾਬੰਦੀ ਨੂੰ ਤਹਿਸ-ਨਹਿਸ ਕਰ ਦਿੱਤਾ। ਪਰ ਚੜ੍ਹਤ ਸਿੰਘ ਨੂੰ ਜਿਉਂ ਹੀ ਖਬਰ ਮਿਲੀ ਕਿ ਅਬਦਾਲੀ ਵਾਪਸ ਅਫਗਾਨਿਸਤਾਨ ਵੱਲ ਚਲਾ ਗਿਆ ਤਾਂ ਉਸਨੇ ਉਸ ਦਾ ਪਿੱਛਾ ਕੀਤਾ ਤੇ ਉਸਦੇ ਕਾਫੀ ਸਮਾਨ ਲੁੱਟ ਲਿਆ। ਉਸਨੇ ਗੁੱਜਰਵਾਲਾ ਅਤੇ ਇਸਦੇ ਆਸ-ਪਾਸ ਦੇ ਇਲਾਕਿਆਂ ਦੀ ਮੁੜ ਤੋਂ ਮੋਰਚਾਬੰਦੀ ਕਰ ਲਈ। ਪੰਜਾਬ ਦੇ ਬਹੁਤ ਸਾਰੇ ਅਮੀਰ ਪਰਿਵਾਰ ਅਬਦਾਲੀ ਦੇ ਹਮਲੇ ਸਮੇਂ ਜੰਮੂ ਜਾ ਵਸੇ। ਚੜ੍ਹਤ ਸਿੰਘ ਨੇ ਜੰਮੂ ਤੇ ਕਬਜ਼ਾ ਕਰਨ ਦਾ ਮਨ ਬਣਾ ਲਿਆ, ਪਰ ਭੰਗੀ ਸਰਦਾਰਾਂ ਨੇ ਇਸ ਤੇ ਆਪਣਾ ਹੱਕ ਜਤਾ ਲਿਆ ਅਤੇ ਉਸ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਇੱਕ ਮੁੱਠਭੇੜ ਵਿੱਚ ਚੜ੍ਹਤ ਸਿੰਘ ਮਾਰਿਆ ਗਿਆ। ਦਰਅਸਲ ਉਸ ਦੀ ਆਪਣੀ ਹੀ ਬੰਦੂਕ ਦੀ ਨਾਲ ਫਟ ਗਈ ਸੀ ਅਤੇ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮਾਂ ਦਾ ਤਾਬ ਨਾ ਸਹਿੰਦਿਆਂ ਹੋਇਆਂ ਉਹ ਅਕਾਲ ਚਲਾਣਾ ਕਰ ਗਿਆ। ਚੜ੍ਹਤ ਸਿੰਘ ਦਾ 14 ਸਾਲ ਦਾ ਪੁੱਤਰ ਮਹਾ ਸਿੰਘ ਆਪਣੇ ਪਿਤਾ ਵਾਂਗ ਬਹੁਤ ਹੀ ਦਲੇਰ, ਬਹਾਦਰ ਤੇ ਜੁਝਾਰੂ ਸੀ। ਉਸਨੇ ਜੀਂਦ ਦੇ ਸਰਦਾਰ ਗਜਪਤ ਸਿੰਘ ਦੀ ਲੜਕੀ ਨਾਲ ਵਿਆਹ ਕਰ ਲਿਆ ਅਤੇ ਦੋਹਾਂ ਮਿਸਲਾਂ ਦੇ ਮਿਲਾਪ ਨਾਲ ਉਸ ਦੀ ਤਾਕਤ ਸਿੱਖ ਮਿਸਲਾਂ ਦਰਮਿਆਨ ਬਹੁਤ ਵੱਧ ਗਈ। ਉਸਨੇ ਮੋਰਚਾਬੰਦੀ ਵਾਲੇ ਸ਼ਹਿਰ ਗੁੱਜਰਾਂਵਾਲਾ ਦੇ ਅੰਦਰ ਇੱਕ ਕਿਲ੍ਹਾਨੁਮਾ ਭਵਨ ਬਣਾਇਆ, ਜਿਸ ਦਾ ਨਾਮ ਉਸਨੇ ਆਪਣੇ ਨਾਂ ਤੇ ਗੜੀ ਮਹਾ ਸਿੰਘ ਰੱਖਿਆ। ਉਸਨੇ ਆਪਣੇ ਘੋੜਸਵਾਰਾਂ ਦੀ ਗਿਣਤੀ ਵਧਾ ਕੇ 6000 ਦੇ ਕਰੀਬ ਕਰ ਲਈ ਅਤੇ ਆਪਣੇ ਵਡੇਰਿਆਂ ਵਾਲੀ ਪ੍ਰਸਾਰਵਾਦੀ ਨੀਤੀ ਨੂੰ ਅੱਗੇ ਤੋਰਿਆ। ਉਸਨੇ ਰਸੂਲ ਨਗਰ ਦਾ ਸ਼ਹਿਰ ਇੱਕ ਮੁਸਲਮਾਨ ਕਬੈਲੀ ਸਰਦਾਰ ਕੋਲੋਂ ਖੋਹ ਲਿਆ। ਉਸਨੇ ਚੱਠਿਆਂ ਕੋਲੋਂ ਅਲੀਪੁਰ, ਪਿੰਡੀ ਪੱਟੀਆ, ਸਾਹੀਵਾਲ, ਈਸਾ ਖੇਲ ਅਤੇ ਸਿਆਲਕੋਟ ਵੀ ਜਿੱਤ ਲਿਆ। ਉਸਨੇ ਆਪਣੇ ਪਿਤਾ ਦੇ ਸੁਪਨੇ ਨੂੰ ਪੂਰਾ ਕਰਨ ਲਈ ਜੰਮੂ ਵੱਲ ਕੂਚ ਕੀਤਾ। ਇੱਥੇ ਦਾ ਹਿੰਦੂ ਡੋਗਰਾ ਸ਼ਾਸਕ ਮਹਾ ਸਿੰਘ ਦੀ ਸਖਤੀ ਤੋਂ ਡਰਦਾ ਇਸ ਅਮੀਰ ਦੀ ਨਗਰੀ ਨੂੰ ਛੱਡ ਕੇ ਦੌੜ ਗਿਆ। ਹੁਣ ਮਹਾ ਸਿੰਘ ਬਾਕੀ ਦੇ ਮਿਸਲਦਾਰਾਂ ਨਾਲ ਵੱਡੀ ਤਾਕਤ ਬਣ ਗਿਆ ਸੀ। ਕਨ੍ਹਈਆ ਮਿਸਲ ਨੇ ਭੰਗੀਆਂ ਨੂੰ ਰੋਂਦ ਕੇ ਨੀਵਾਂ ਦਿਖਾਇਆ ਸੀ। ਹੁਣ ਉਹ ਚਾਹੁੰਦੇ ਸਨ ਕਿ ਮਹਾ ਸਿੰਘ ਨੂੰ ਜੰਮੂ ਤੋਂ ਬਾਹਰ ਕੱਢ ਦਿੱਤਾ ਜਾਵੇ, ਪਰ ਇੱਕ ਮੁੱਠ-ਪਿੱਠ ਦਰਮਿਆਨ ਕਨ੍ਹਈਆ ਮਿਸਲ ਦਾ ਚਸ਼ਮੇ ਚਿਰਾਗ ਗੁਰਬਖਸ਼ ਸਿੰਘ ਮਾਰਿਆ ਗਿਆ। ਕਨ੍ਹਈਆ ਮਿਸਲ ਦੀ ਚੜ੍ਹਤ ਨੂੰ ਬਹੁਤ ਠੇਸ ਪਹੁੰਚੀ। ਕਨ੍ਹਈਆ ਮਿਸਲ ਦੇ ਸਰਦਾਰ ਨੂੰ ਆਪਣੀ ਪੋਤੀ ਮਹਿਤਾਬ ਕੌਰ ਦੀ ਮੰਗਣੀ ਮਹਾ ਸਿੰਘ ਦੇ ਬੇਟੇ ਮਹਾਰਾਜਾ ਰਣਜੀਤ ਸਿੰਘ ਨਾਲ ਕਰਨੀ ਪਈ। ਇਸ ਤੋਂ ਜਲਦੀ ਹੀ ਬਾਅਦ ਕਨ੍ਹਈਆ ਸਰਦਾਰ ਦੀ ਮੌਤ ਹੋ ਗਈ ਅਤੇ ਮਹਿਤਾਬ ਕੌਰ ਦੀ ਮਾਤਾ ਰਾਣੀ ਸਦਾ ਕੌਰ ਇਸ ਮਿਸਲ ਦੀ ਸਰਦਾਰਨੀ ਬਣੀ। ਮਹਾ ਸਿੰਘ ਦੀ ਮੌਤ 1792 ਵਿੱਚ ਹੋਈ। ਬੁੱਧ ਸਿੰਘ ਤੋਂ ਲੈ ਕੇ ਮਹਾ ਸਿੰਘ ਤੱਕ ਰਣਜੀਤ ਸਿੰਘ ਦੇ ਪੁਰਖਿਆਂ ਨੇ ਜੋ ਕੁਝ ਉਸ ਨੂੰ ਵਿਰਾਸਤ ਵਿੱਚ ਦਿੱਤਾ, ਉਸ ਵਿੱਚ ਉੱਤਰੀ ਪੱਛਮੀ ਪੰਜਾਬ ਵਿੱਚ ਕਾਫੀ ਵੱਡੇ ਆਕਾਰ ਦੀ ਰਿਆਸਤ, ਚੰਗੀ ਨਸਲ ਦੇ ਹਜ਼ਾਰਾਂ ਬਹਾਦਰ ਘੋੜੇ, ਬੰਦੂਕਾਂ ਅਤੇ ਬੰਦੂਕਧਾਰੀ ਸ਼ਾਮਲ ਸਨ।
ਹੁਣ ਗੱਲ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਬਾਰੇ। ਮਹਾਰਾਜਾ ਰਣਜੀਤ ਸਿੰਘ ਜੀਂਦ ਵਿੱਚ ਸਥਿਤ ਬਡਰੁੱਖਾ ਨਾਂ ਦੇ ਕਸਬੇ ਵਿੱਚ ਸਥਿਤ ਛੋਟੀ ਜਿਹੀ ਗੜ੍ਹੀ ਵਿੱਚ ਰਾਜ ਕੌਰ ਦੀ ਕੁੱਖੋਂ 13 ਨਵੰਬਰ 1780 ਨੂੰ ਪੈਦਾ ਹੋਇਆ। ਰਾਜ ਕੌਰ ਜੀਂਦ ਦਾ ਰਾਜਾ ਗਜਪਤ ਸਿੰਘ ਦੀ ਬੇਟੀ ਸੀ। ਉਸ ਨੂੰ ਉਸਦੇ ਸਹੁਰੇ ਘਰ ਵਿੱਚ ਮਾਈ ਮਲਵੈਨ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਜਿਵੇਂ ਪੰਜਾਬ ਵਿੱਚ ਰੀਤ ਹੈ, ਉਹ ਆਪਣੀ ਪਹਿਲੇ ਸੁਲਤਾਨ ਨੂੰ ਜਨਮ ਦੇਣ ਲਈ ਆਪਣੇ ਪੇਕੇ ਘਰ ਆ ਗਈ। ਬੱਚੇ ਦੇ ਪੈਦਾ ਹੋਣ ਤੇ ਉਸ ਦਾ ਨਾਂ ਬੁੱਧ ਰੱਖ ਦਿੱਤਾ ਗਿਆ, ਬੁੱਧ ਸਿੰਘ। ਜਦੋਂ ਬੱਚੇ ਦੇ ਪੈਦਾ ਹੋਣ ਦੀ ਖਬਰ ਉਸਦੇ ਪਿਤਾ ਮਹਾ ਸਿੰਘ ਨੂੰ ਗੁਜਰਾਂਵਾਲੇ ਪਹੁੰਚੀ ਤਾਂ ਉਸ ਸਮੇਂ ਉਹ ਉੱਥੇ ਨਹੀਂ ਸਨ, ਸਗੋਂ ਆਪਣੇ ਘੋੜਸਵਾਰਾਂ ਨਾਲ ਜ਼ਿਲ੍ਮ ਦਰਮਿਆਨ ਦੇ ਆਸ-ਪਾਸ ਕਾਬਜ ਚੱਠਿਆਂ ਦੇ ਖਿਲਾਫ ਮੁਹਿੰਮ ਵਿੱਚ ਚੜ੍ਹਤ ਸਨ। ਦੋਹਾਂ ਸਰਦਾਰਾਂ ਵਿੱਚ ਜੰਮੂ ਤੇ ਕਬਜ਼ਾ ਹੋਣ ਲਈ ਕਈ ਵਾਰੀ ਜ਼ੋਰਦਾਰ ਲੜਾਈਆਂ ਹੋਈਆਂ। ਮਹਾ ਸਿੰਘ ਨੂੰ ਆਪਣਾ ਉਜਲਾ ਭਵਿੱਖ ਨਜ਼ਰ ਆ ਰਿਹਾ ਸੀ, ਇਸ ਲਈ ਉਸਨੇ ਬੁੱਧ ਸਿੰਘ ਦਾ ਜਨਮ ਦੀ ਖਬਰ ਮਿਲਦਿਆਂ ਹੀ ਹਰਕਾਰੇ ਨੂੰ ਜੀਂਦ ਵੱਲ ਦੌੜਾਇਆ ਅਤੇ ਕਿਹਾ ਕਿ ਸਾਹਿਬਜ਼ਾਦੇ ਦਾ ਨਾਮ ਬੁੱਧ ਸਿੰਘ ਦੀ ਬਜਾਏ ਰਣਜੀਤ ਸਿੰਘ ਰੱਖਿਆ ਜਾਵੇਗਾ। ਇਤਿਹਾਸਕਾਰਾਂ ਵਿੱਚ ਰਣਜੀਤ ਸਿੰਘ ਦੇ ਜਨਮ ਦੀ ਤਰੀਕ ਅਤੇ ਸਥਾਨ ਨੂੰ ਲੈ ਕੇ ਕਾਫੀ ਮਤਭੇਦ ਹਨ। ਗੁਜਰਾਂਵਾਲੇ ਵਿੱਚ ਇੱਕ ਪੁਰਾਣੇ ਘਰ ਦੇ ਬਾਹਰ 2 ਪਲੇਟਾਂ ਲੱਗੀਆਂ ਹੋਈਆਂ ਸਨ, ਜਿਨ੍ਹਾਂ ਤੇ ਲਿਖਿਆ ਹੋਇਆ ਹੈ ਰਣਜੀਤ ਸਿੰਘ ਘਰ ਵਿੱਚ ਪੈਦਾ ਹੋਇਆ ਹੈ। ਇਸ ਘਰ 'ਚ ਉਸ ਦੇ ਜਨਮ ਦੀ ਤਰੀਕ 2 ਨਵੰਬਰ 1780 ਲਿਖੀ ਹੋਈ ਹੈ। ਜਿਨ੍ਹਾਂ ਪਲੇਟਾਂ ਨੂੰ ਕਈ ਇਤਿਹਾਸਕਾਰਾਂ ਨੇ ਪ੍ਰਮਾਣਿਕ ਮੰਨਿਆ ਹੈ, ਜਿਨ੍ਹਾਂ ਵਿੱਚ ਪ੍ਰੇਮ ਸਿੰਘ, ਹੋਤੀ ਮਰਦਾਨ ਸ਼ਾਮਲ ਸਨ ਅਤੇ ਮੈਕ ਗ੍ਰੈਕਰ ਵੀ ਇਸ ਵਿੱਚ ਸ਼ਾਮਲ ਸਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਪਲੇਟ ਪੰਜਾਬ ਨੂੰ ਬਰਤਾਨਵੀ ਰਾਜ ਵਿੱਚ ਸ਼ਾਮਲ ਕਰਨ ਦੇ ਕਈ ਸਾਲ ਬਾਅਦ ਅੰਗਰੇਜ਼ਾਂ ਦੁਆਰਾ ਲਾਏ ਗਏ ਸਨ। ਇਹਨਾਂ ਦੇ ਲਿਖੀ ਇਬਾਰਤ ਅੰਗਰੇਜ਼ੀ, ਉਰਦੂ ਅਤੇ ਪੰਜਾਬੀ ਵਿੱਚ ਹੈ। ਜ਼ਾਹਰ ਹੈ ਕਿ ਕਿਸੇ ਬ੍ਰਿਸ਼ਟ ਸਿਵਲੀਅਨ ਅਫਸਰ ਵੱਲੋਂ ਲਿਆਏ ਗਏ, ਜਿਸ ਨੇ ਇਸ ਦੀ ਇਤਿਹਾਸਕ ਪ੍ਰਮਾਣਿਕਤਾ ਵੱਲੋਂ ਕੋਈ ਧਿਆਨ ਨਹੀਂ ਦਿੱਤਾ। ਲਾਹੌਰ ਦਰਬਾਰ ਦਾ ਵਾਕਿਆ ਨਵੀਸ ਸੋਹਣ ਲਾਲ ਸੂਰੀ ਅਤੇ ਦੀਵਾਨ ਅਮਰਨਾਥ ਰਣਜੀਤ ਸਿੰਘ ਦੇ ਜਨਮ ਦਿਨ ਦੇ ਜਸ਼ਨਾਂ ਦੀ ਤਰੀਕ 13 ਨਵੰਬਰ 1780 ਹੀ ਅੰਕਿਤ ਕਰਦੇ ਹਨ। ਸੋਹਣ ਲਾਲ ਸੂਰੀ ਨੇ ਰਣਜੀਤ ਸਿੰਘ ਦਾ ਜਨਮ ਸਥਾਨ ਵੀ ਬਡਰੁੱਖਾ ਹੀ ਲਿਖਿਆ ਹੈ। ਰਣਜੀਤ ਸਿੰਘ ਤੇ ਚੇਚਕ ਦੇ ਹਮਲੇ ਦੀ ਗੱਲ ਨੂੰ ਸੋਹਣ ਲਾਲ ਨੇ ਇੰਜ ਬਿਆਨ ਕੀਤਾ ਹੈ ਕਿ ਗੌਰਵਮਈ ਰਾਜਕੁਮਾਰ ਦੀ ਤਬੀਅਤ ਨਾਜ਼ੁਕ ਹੋ ਗਈ। 200 ਘੋੜਸਵਾਰ ਸਰਬੁਲ ਖਾਨ ਦੀ ਕਮਾਨ ਅਧੀਨ ਅਤੇ ਵੱਡੇ ਡਾਕਟਰਾਂ ਨਾਲ ਹਾਕਮ ਰਾਏ ਸਮੇਤ ਮਹਾਨ ਸ਼ਹਿਜ਼ਾਦੇ ਦੀ ਦੇਖ-ਰੇਖ ਲਈ ਰਵਾਨਾ ਕੀਤੇ ਗਏ। ਤਿੱਖੇ ਬੁਖਾਰ ਅਤੇ ਚੇਚਕ ਕਾਰਨ ਗੌਰਵਮਈ ਰਾਜਕੁਮਾਰ ਦੀ ਹਾਲਤ ਕਾਫੀ ਵਿਗੜ ਗਈ। ਸੱਜੀ ਅੱਖ ਵਿੱਚ ਬਹੁਤ ਜ਼ਿਆਦਾ ਦਰਦ ਸੀ ਅਤੇ ਇਹ ਤਕਲੀਫ ਘੱਟ ਹੁੰਦੀ ਨਜ਼ਰ ਨਹੀਂ ਆ ਰਹੀ ਸੀ। ਇੱਥੇ ਸੋਹਣ ਲਾਲ ਨੇ ਟੱਪਲਾ ਖਾਦਾ ਹੈ। ਰਣਜੀਤ ਸਿੰਘ ਦੀ ਸੱਜੀ ਨਹੀਂ ਸਗੋਂ ਖੱਬੀ ਅੱਖ ਚੇਚਕ ਨਾਲ ਮਾਰੀ ਗਈ ਹੈ। ਕਈ ਇਤਿਹਾਸਕਾਰਾਂ ਨੇ ਆਪਣੇ ਆਪਣੇ ਪੱਖ ਰੱਖੇ ਨੇ। ਰਣਜੀਤ ਸਿੰਘ ਦੇ ਬਚਪਨ ਬਾਰੇ ਬਹੁਤ ਘੱਟ ਲਿਖਿਆ ਮਿਲਦਾ ਹੈ। ਮਹਾ ਸਿੰਘ ਨੂੰ ਆਪਣੀਆਂ ਫੌਜਾਂ ਮੁਹਿੰਮਾਂ ਤੋਂ ਕਦੇ ਵਿਹਲ ਨਹੀਂ ਮਿਲੀ। ਉਹ ਬੱਚੇ ਰਣਜੀਤ ਸਿੰਘ ਬਾਰੇ ਜਾਂ ਆਪਣੀ ਪਤਨੀ ਰਾਜ ਕੌਰ ਵੱਲ ਬਹੁਤਾ ਸਮਾਂ ਨਹੀਂ ਦੇ ਸਕਿਆ। ਦਰਅਸਲ ਸਿੱਖ ਰਾਜ ਵੀ ਮੁਸਲਮਾਨ ਹਾਕਮਾਂ ਵਾਂਗ ਆਪਣੀਆਂ ਬੀਬੀਆਂ ਨੂੰ ਜਨਾਨਾ ਖਾਨੇ ਦੀ 4 ਦੀਵਾਰੀ ਵਿੱਚ ਹੀ ਕੈਦ ਕਰਕੇ ਛੱਡਦੇ ਸਨ। ਰਣਜੀਤ ਸਿੰਘ ਦੀ ਮਾਤਾ ਰਾਜ ਕੌਰ ਰਣਜੀਤ ਸਿੰਘ ਨੂੰ ਰੋਜ਼ ਗੁਰਦੁਆਰੇ ਲੈ ਕੇ ਜਾਂਦੀ, ਉੱਥੇ ਉਹ ਬੈਠ ਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਸਿਖਾਉਂਦੀ। ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਵੀ ਬੱਚੇ ਨੂੰ ਦਿੱਤੀ ਜਾਂਦੀ ਸੀ। ਸਿੱਖ ਸਰਦਾਰਾਂ ਦੇ ਘਰਾਂ ਵਿੱਚ ਆਮ ਤੌਰ ਤੇ ਇਹ ਕੰਮ ਬ੍ਰਾਹਮਣ ਪੁਜਾਰੀਆਂ ਨੂੰ ਸੌਂਪਿਆ ਜਾਂਦਾ ਸੀ। ਸ਼ਾਇਦ ਇਹ ਇਸ ਲਈ ਕਿ ਸਰਦਾਰ ਕਿਸੇ ਵੀ ਮੁਹਿੰਮ ਤੇ ਚੜ੍ਹਨ ਤੋਂ ਪਹਿਲਾਂ ਸ਼ੁਭ ਘੜੀ ਦਾ ਪਤਾ ਲਾਉਂਦੇ। ਗ੍ਰਹਿਆਂ ਦੀਆਂ ਚਾਲਾਂ, ਦਿਸ਼ਾਵਾਂ ਆਦਿ ਦਾ ਹਿਸਾਬ ਕਿਤਾਬ ਜਾਣਨ ਕਾਰਨ ਇਹ ਬ੍ਰਾਹਮਣ ਸਰਦਾਰਾਂ ਦੇ ਘਰਾਂ ਵਿੱਚ ਬਹੁਤ ਸਤਿਕਾਰ ਲੈਂਦੇ ਸਨ। ਰਣਜੀਤ ਸਿੰਘ ਭਾਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਯਕੀਨ ਰੱਖਦਾ ਸੀ, ਪਰ ਇਸੇ ਅਸਰ ਅਧੀਨ ਕਿਸੇ ਵੀ ਖੁਸ਼ੀ ਗਮੀ ਵਿੱਚ ਗਊ ਦਾਨ ਕਰਨ ਅਤੇ ਜਵਾਲਾਮੁਖੀ ਮੰਦਿਰ ਵਿੱਚ ਮਾਤਾ ਦੇ ਸਤਰ ਚੜਾਉਣ ਨੂੰ ਵੀ ਨਹੀਂ ਸੀ ਭੁੱਲਦਾ। ਉਹਨਾਂ ਦਿਨਾਂ ਵਿੱਚ ਸ਼ਿਕਾਰ ਖੇਡਣਾ, ਨੇਜੇਬਾਜ਼ੀ, ਤਲਵਾਰਬਾਜ਼ੀ ਦੀ ਟ੍ਰੇਨਿੰਗ ਲੈਣ ਅਤੇ ਘੋੜਸਵਾਰੀ ਕਰਨ ਹੀ ਸਭ ਤੋਂ ਵੱਡੀ ਵਿੱਦਿਆ ਸਮਝੀ ਜਾਂਦੀ ਸੀ। ਆਪਣੇ ਬਚਪਨ ਦੇ ਦਿਨਾਂ ਵਿੱਚ ਹੀ ਰਣਜੀਤ ਸਿੰਘ ਨੂੰ ਘੋੜਿਆਂ ਦਾ ਸ਼ੌਂਕ ਪੈਦਾ ਹੋ ਗਿਆ, ਜੋ ਕਿ ਉਸ ਦੀ ਜ਼ਿੰਦਗੀ ਦੇ ਆਖਰੀ ਦਿਨਾਂ ਤੱਕ ਪਾਗਲਪਨ ਦੀ ਹੱਦ ਤੱਕ ਵੱਧ ਗਿਆ। ਮਹਾਰਾਜਾ ਰਣਜੀਤ ਸਿੰਘ ਨੂੰ ਫੌਜੀ ਮੁਹਿੰਮ ਦਾ ਪਹਿਲਾ ਤਜਰਬਾ ਉਸ ਸਮੇਂ ਹੋਇਆ ਜਦੋਂ ਉਹ ਸਿਰਫ 10 ਸਾਲਾਂ ਦਾ ਸੀ। ਉਸ ਦੇ ਪਿਤਾ ਮਹਾ ਸਿੰਘ ਨੇ ਗੁਜਰਾਤ ਦੇ ਮਿਸਲਦਾਰ ਸਾਹਿਬ ਸਿੰਘ ਭੰਗੀ ਕੋਲੋਂ ਨਜ਼ਰਾਨਾ ਮੰਗਿਆ। ਉਸਨੇ ਦੇਣ ਤੋਂ ਕੋਰਾ ਜਵਾਬ ਦੇ ਦਿੱਤਾ। ਮਹਾ ਸਿੰਘ ਨੇ ਉਸ ਤੇ ਹਮਲਾ ਬੋਲ ਦਿੱਤਾ।
ਸਾਹਿਬ ਸਿੰਘ ਨੇ ਸੋਧੜਾ ਦੇ ਕਿਲੇ ਵਿੱਚ ਸ਼ਰਨ ਲੈ ਲਈ ਅਤੇ ਲਾਹੌਰ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰਾਂ ਦੀ ਮਦਦ ਮੰਗੀ। ਮਹਾਂ ਸਿੰਘ ਨੇ ਰਣਜੀਤ ਸਿੰਘ ਨੂੰ ਲੈ ਕੇ ਸੋਧੜਾ ਦੇ ਕਿਲੇ ਨੂੰ ਘੇਰਾ ਪਾ ਲਿਆ। ਇਸ ਘੇਰਾ ਲੰਮਾ ਹੋ ਗਿਆ ਤੇ ਮਹਾਂ ਸਿੰਘ ਅਚਾਨਕ ਬਹੁਤ ਬਿਮਾਰ ਹੋ ਗਿਆ। ਇਹ ਸੋਚ ਕੇ ਕਿ ਸ਼ਾਇਦ ਉਹ ਠੀਕ ਨਾ ਹੋ ਸਕੇ, ਮਹਾਂ ਸਿੰਘ ਨੇ ਰਣਜੀਤ ਸਿੰਘ ਨੂੰ ਆਪਣਾ ਜਾਨਸੀਨ ਥਾਪ ਦਿੱਤਾ ਤੇ ਉਸ ਦੇ ਮੱਥੇ ਤੇ ਕੇਸਰ ਦਾ ਤਿਲਕ ਲਾ ਕੇ ਉਸ ਨੂੰ ਸ਼ੁਕਰ ਚੱਕਲੀਆਂ ਮਿਸਲ ਦਾ ਮੁਖੀ ਨਿਯੁਕਤ ਕਰ ਦਿੱਤਾ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਪਿਤਾ ਸਰਦਾਰ ਮਹਾਂ ਸਿੰਘ ਇਸ ਲੜਾਈ ਵਿੱਚ ਬਿਮਾਰ ਹੋ ਗਿਆ ਤਾਂ ਉਸਨੇ ਫੌਜ ਦੀ ਕਮਾਨ ਆਪਣੇ ਪੁੱਤਰ ਨੂੰ ਸੌਂਪ ਕੇ ਗੁਜਰਾਂਵਾਲਾ ਵੱਲ ਰੁਖ ਕੀਤਾ। ਸਰਦਾਰ ਰਣਜੀਤ ਸਿੰਘ ਨੇ ਇਹ ਕਾਰਜ ਪੂਰੀ ਯੋਗਤਾ ਵੱਲੋਂ ਨਿਭਾਇਆ ਤੇ ਲੜਾਈ ਵਿੱਚ ਫਤਿਹ ਪ੍ਰਾਪਤ ਕੀਤੀ। ਕਾਲਵਾਸ ਵੱਲੋਂ ਪੂਰਬ ਸਰਦਾਰ ਮਹਾਂ ਸਿੰਘ ਨੂੰ ਇਸ ਫਤਿਹ ਦੀ ਸੂਚਨਾ ਪ੍ਰਾਪਤ ਹੋ ਗਈ। ਇਸ ਉੱਤੇ ਉਹ ਬਹੁਤ ਪ੍ਰਸੰਨ ਹੋਏ। ਉਹਨਾਂ ਨੂੰ ਵਿਸ਼ਵਾਸ ਹੋ ਗਿਆ ਕਿ ਉਹਨਾਂ ਦੇ ਬਾਅਦ ਉਹਨਾਂ ਦਾ ਪੁੱਤਰ ਆਪਣੇ ਪਿਤਾਮਾ ਦੇ ਪਦ ਜਿਨ੍ਹਾਂ ਉੱਤੇ ਚੱਲ ਕੇ ਰਾਜਕਾਜ ਨੂੰ ਵਧਾਏ। ਬਾਕੀ ਅਸੀਂ ਤੁਹਾਡੇ ਨਾਲ ਕੱਲ੍ਹ ਸਾਂਝਾ ਕਰਾਂਗੇ।